Good morning, students, and welcome to the English class. Students, we were doing subject verb concord. In our previous lecture, we have discussed what is subject, what is verb, and what is concord, right? So, today we will discuss some more rules of subject verb concord. So 11th rule is a collective noun takes a singular verb when the collection is thought of one whole. Now ਜਦੋਂ ਆਪਾਂ ਕਲੈਕਟਿਵ ਨਾਊਨਸ ਦਾ ਯੂਜ਼ ਕਰਦੇ ਹਾਂ, ਕਲੈਕਟਿਵ ਨਾਊਨਸ ਅਸੀਂ ਕੀਤੇ ਹੋਏ ਆ ਨਾ ਆਪਣੀਆਂ ਪ੍ਰੀਵੀਅਸ ਕਲਾਸਿਸ ਦੇ ਵਿੱਚ, ਦੈਨ ਉਹਦੇ ਵਿੱਚ ਕਹਿੰਦੇ ਕਿ ਅਗਰ ਤਾਂ ਜਿਹੜਾ ਕਲੈਕਟਿਵ ਨਾਊਨ ਹੈ ਸਿੰਗੂਲਰ ਵਰਬ ਉਹਦੇ ਵਿੱਚ ਹੋਏਗੀ, ਦੈਨ ਔਰ ਉਹਦੇ ਵਿੱਚ ਕਲੈਕਸ਼ਨ ਜਿਹੜੀ ਆ ਐਜ਼ ਅ ਹੋਲ ਹੋਏਗੀ, ਉਦੋਂ ਆਪਾਂ ਕੀ ਕਰਾਂਗੇ, ਜਿਹੜਾ ਵਰਬ ਹੈ ਉਹ ਵੀ ਸਿੰਗੂਲਰ ਯੂਜ਼ ਕਰਾਂਗੇ। ਜਦੋਂ ਪੂਰੇ ਇੱਕ ਕਲੈਕਟਿਵ ਨਾਊਨ ਨੂੰ ਐਜ਼ ਅ ਹੋਲ ਆਪਾਂ ਰਿਪਰੈਜ਼ੈਂਟ ਕਰ ਰਹੇ ਹਾਂ, ਉਦੋਂ ਆਪਾਂ ਕੀ ਕਰਾਂਗੇ, ਸਿੰਗੂਲਰ ਵਰਬ ਲਗਾਵਾਂਗੇ। On the other hand, plural verb when the individuals of which it is composed are thought of, ਲਾਈਕ ਹੁਣ ਕਹਿ ਰਹੇ ਆ ਅਗਰ ਤਾਂ ਫਿਰ ਅਸੀਂ ਜਿਹੜਾ ਕਲੈਕਟਿਵ ਨਾਊਨ ਆ ਪਲੂਰਲ ਵਰਬ ਅਸੀਂ ਉਦੋਂ ਲਗਾਵਾਂਗੇ ਉਹਦੇ ਵਿੱਚ ਜਦੋਂ ਅਸੀਂ ਕਲੈਕਟਿਵ ਨਾਊਨ ਦੇ ਵਿੱਚ ਇੰਡੀਵਿਜੂਅਲਸ ਦੀ ਗੱਲ ਕਰ ਰਹੇ ਹਾਂ। ਮੰਨ ਲਓ ਕਿ ਇੱਕ ਕਲੈਕਟਿਵ ਨਾਊਨ ਆ, ਕਲੈਕਟਿਵ ਨਾਊਨ ਦੇ ਵਿੱਚ ਕੀ ਹੁੰਦਾ ਆ, ਗਰੁੱਪਸ ਹੁੰਦੇ ਆ, ਠੀਕ ਹੈ। ਔਰ ਇਸ ਗਰੁੱਪ ਦੇ ਵਿੱਚ ਜਦੋਂ ਉਸ ਗਰੁੱਪ ਨੂੰ ਅਸੀਂ ਐਜ਼ ਅ ਹੋਲ ਰਿਪਰੈਜ਼ੈਂਟ ਕਰਾਂਗੇ ਉਦੋਂ ਸਿੰਗੂਲਰ ਵਰਬ ਲੱਗੇਗੀ, ਬਟ ਜਦੋਂ ਐਜ਼ ਅ ਇੰਡੀਵਿਜੂਅਲ ਉਹਦੇ ਵਿੱਚ ਇਕੱਲੀ ਚੀਜ਼ ਜਾਂ ਇਕੱਲੇ ਪਰਸਨ ਨੂੰ ਆਪਾਂ ਇੰਡੀਕੇਟ ਕਰਨਾ ਆ, ਫਿਰ ਸਾਡੀ ਜਿਹੜੀ ਵਰਬ ਆ ਉਹ ਪਲੂਰਲ ਹੋਵੇਗੀ। ਫੋਰ ਐਗਜ਼ਾਮਪਲ, the mob has gathered to protest raising prices. the mob ਇੱਥੇ ਕੀ ਆ, ਸਿੰਗਲ ਬੋਡੀ ਨੂੰ ਰਿਪਰੈਜ਼ੈਂਟ ਕੀਤਾ ਗਿਆ ਆ, ਐਜ਼ ਅ ਹੋਲ ਰਿਪਰੈਜ਼ੈਂਟ ਕੀਤਾ ਗਿਆ, ਇਸ ਕਰਕੇ ਸਾਡੀ ਵਰਬ ਕੀ ਆ, ਸਿੰਗੂਲਰ ਹੋਏਗੀ, ਹੈਜ਼। ਇਨ ਨੈਕਸਟ ਸੈਂਟੈਂਸ, the mob were scattered in all directions. ਹੁਣ ਇੱਥੇ ਕੀ ਆ, ਮੋਬ ਨੂੰ ਐਜ਼ ਇੰਡੀਵਿਜੂਅਲ ਰਿਪਰੈਜ਼ੈਂਟ ਕੀਤਾ ਗਿਆ ਆ, ਇਸ ਕਰਕੇ ਜੋ ਸਾਡੀ ਵਰਬ ਹੈ ਉਹ ਵੀ ਕੀ ਆ, ਪਲੂਰਲ। ਵਰਬ ਪਲੂਰਲ ਵਾਸਤੇ ਯੂਜ਼ ਹੁੰਦਾ ਆ। ਨੈਕਸਟ ਐਗਜ਼ਾਮਪਲ ਇਜ਼ ਦ ਜਿਊਰੀ ਹੈਜ਼ ਸਿਲੈਕਟਿਡ ਇਟਸ ਪ੍ਰੈਜ਼ੀਡੈਂਟ। ਹੁਣ ਇੱਥੇ ਜਿਊਰੀ ਨੂੰ ਵੀ ਐਜ਼ ਅ ਸਿੰਗਲ ਬੋਡੀ ਰਿਪਰੈਜ਼ੈਂਟ ਕੀਤਾ ਗਿਆ ਆ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਵਰਬ ਵੀ ਸਿੰਗੂਲਰ ਯੂਜ਼ ਕੀਤੀ ਆ। ਨੈਕਸਟ ਐਗਜ਼ਾਮਪਲ ਇਜ਼ ਦ ਜਿਊਰੀ ਵਰ ਡਿਵਾਈਡਡ ਇਨ ਦੇਅਰ ਓਪੀਨੀਅਨ। ਹੁਣ ਐਜ਼ ਮੈਂਬਰਸ ਆਫ ਦ ਜਿਊਰੀ ਅਸੀਂ ਇੱਥੇ ਗੱਲ ਕਰ ਰਹੇ ਹਾਂ, ਜਿਊਰੀ ਦੇ ਜਿਹੜੇ ਆ ਮੈਂਬਰਸ ਉਹਨਾਂ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਵਰਬ ਸਾਡੀ ਕੀ ਹੋ ਗਈ, ਪਲੂਰਲ, ਰਾਈਟ। ਨੈਕਸਟ ਰੂਲ ਇਜ਼ ਵੈਨ ਅ ਸੈਂਟੈਂਸ ਬਿਗਿਨਸ ਵਿਦ ਇਨਡੈਫੀਨੇਟ ਨੰਬਰ। ਇਨਡੈਫੀਨੇਟ ਨੰਬਰ ਜਿਹਦੇ ਵਿੱਚ ਸਾਨੂੰ ਐਗਜ਼ੈਕਟ ਨੰਬਰ ਨਹੀਂ ਪਤਾ ਹੁੰਦਾ। ਇਨਡੈਫੀਨੇਟ ਦਾ ਮਤਲਬ ਇਹੀ ਹੁੰਦਾ ਜਦੋਂ ਸਾਡੇ ਕੋਲ ਐਗਜ਼ੈਕਟ ਕੋਈ ਨੰਬਰਿੰਗ ਨਾ ਦਿੱਤੀ ਗਈ ਹੋਵੇ ਸਾਨੂੰ, ਸਚ ਐਜ਼ ਅ ਨੰਬਰ, ਅ ਕੁਆਟਰ, 2/3, 3/4, ਆਲ, ਸਮ, ਮੋਸਟ, ਮੈਜੋਰਿਟੀ ਐਟਸੈਟਰਾ। ਹੁਣ ਜਦੋਂ ਇਹ ਸਾਰਾ ਕੁਝ ਆਉਂਦਾ ਆ, ਇਨਡੈਫੀਨੇਟ ਨੰਬਰ ਆਉਂਦਾ ਆ, ਐਂਡ ਇਟ ਟੇਕਸ ਆਫ ਦ ਵਰਬ ਡਿਪੈਂਡਸ ਔਨ ਦ ਨਾਊਨ ਪ੍ਰੋਨਾਊਨ ਯੂਜ਼ਡ ਆਫਟਰ ਆਫ। ਹੁਣ ਆਫ ਤੋਂ ਬਾਅਦ ਜਿਹੜੀ ਲੱਗੇਗੀ ਨਾਊਨ ਜਾਂ ਪ੍ਰੋਨਾਊਨ ਲੱਗਿਆ ਹੋਏਗਾ, ਉਹਦੇ ਅਕੋਰਡਿੰਗ ਅਸੀਂ ਵਰਬ ਲਗਾਵਾਂਗੇ। ਇਫ ਦ ਨਾਊਨ ਔਰ ਪ੍ਰੋਨਾਊਨ ਯੂਜ਼ਡ ਆਫਟਰ ਆਫ ਇਜ਼ ਸਿੰਗੂਲਰ, ਦ ਵਰਬ ਇਜ਼ ਸਿੰਗੂਲਰ। ਅਗਰ ਤਾਂ ਆਫ ਤੋਂ ਬਾਅਦ ਸਿੰਗੂਲਰ ਨਾਊਨ ਜਾਂ ਪ੍ਰੋਨਾਊਨ ਹੋਊਗਾ, ਸਾਡੀ ਵਰਬ ਵੀ ਸਿੰਗੂਲਰ ਹੋਊਗੀ। ਜੇਕਰ ਸਾਡਾ ਆਫ ਤੋਂ ਬਾਅਦ ਨਾਊਨ ਜਾਂ ਪ੍ਰੋਨਾਊਨ ਪਲੂਰਲ ਹੋਏਗਾ, ਫਿਰ ਸਾਡੀ ਵਰਬ ਵੀ ਕੀ ਹੋਏਗੀ, ਪਲੂਰਲ ਹੋਏਗੀ। ਫੋਰ ਐਗਜ਼ਾਮਪਲ, ਅ ਨੰਬਰ ਆਫ ਪੈਟਰੀਓਟਸ, ਆਫ ਤੋਂ ਬਾਅਦ ਪੈਟਰੀਓਟਸ ਪਲੂਰਲ ਨਾਊਨ ਲੱਗਾ ਇੱਥੇ, ਇਸ ਕਰਕੇ ਵਰਬ ਕੀ ਆਏਗੀ, ਹੈਵ, ਪਲੂਰਲ, ਹੈਵ ਬੀਨ ਇੰਪ੍ਰਿਜ਼ਨਡ। ਨੈਕਸਟ example is 2/3 of the book is uninteresting। ਹੁਣ ਆਫ ਤੋਂ ਬਾਅਦ ਸਿੰਗੂਲਰ ਲੱਗਾ ਆ ਨਾਊਨ ਬੁੱਕ, ਇਸ ਕਰਕੇ ਵਰਬ ਵੀ ਕੀ ਆਈ ਆ, ਸਿੰਗੂਲਰ ਇਜ਼। ਅ ਪਾਰਟ ਆਫ ਮਾਈ ਨਿਊ ਹਾਊਸ, ਆਫ ਮਾਈ ਨਿਊ ਹਾਊਸ, ਨਿਊ ਹਾਊਸ ਕੀ ਹੈ, ਸਿੰਗੂਲਰ ਆ, ਇਸ ਕਰਕੇ ਵਰਬ ਵੀ ਕੀ ਲੱਗੀ, ਸਿੰਗੂਲਰ। ਨੈਕਸਟ ਇਜ਼ ਅ ਲਾਰਜ ਨੰਬਰ ਆਫ ਸਟੂਡੈਂਟਸ ਹੈਵ ਫੀਲਡ। ਆਫ ਤੋਂ ਬਾਅਦ ਪਲੂਰਲ ਨਾਊਨ ਲੱਗਿਆ ਆ, ਸਟੂਡੈਂਟਸ, ਐਂਡ ਵਰਬ ਜੋ ਹੈਗੀ ਆ ਉਹ ਵੀ ਕੀ ਹੈ, ਪਲੂਰਲ।
Next rule is sentences with phrases like a lot of, plenty of, a great deal of, some of, etc. ਹੁਣ phrases ਕੀ ਹੁੰਦੇ ਆ ਸਾਨੂੰ ਪਤਾ ਨਾ, group of words ਜਿਨ੍ਹਾਂ ਦਾ ਕੋਈ complete meaning ਨਹੀਂ ਹੁੰਦਾ। ਹੁਣ ਇੱਦਾਂ ਦੇ phrases ਜਿਹੜੇ ਕਿ a lot of, plenty of, a great deal of, some of ਤੋਂ start ਹੁੰਦੇ ਆ are singular if they are used for amount of or quantity। ਔਰ ਕਹਿੰਦੇ ਉਹ ਉਦੋਂ ਸਿੰਗੂਲਰ ਹੁੰਦੇ ਆ ਇੱਦਾਂ ਦੇ ਫਰੇਜ਼ਸ ਜਿਹੜੇ ਹੁੰਦੇ ਆ ਜਦੋਂ ਉਹਦੇ ਵਿੱਚ ਕੁਆਂਟੀਟੀ ਦਿੱਤੀ ਹੋਵੇ, ਉਹਦੇ ਵਿੱਚ ਕੋਈ ਨੰਬਰ ਨਾ ਦਿੱਤਾ ਹੋਵੇ, ਕੁਆਂਟੀਟੀ ਦਿੱਤੀ ਹੋਵੇ, ਉਦੋਂ ਸਿੰਗੂਲਰ ਹੋਣਗੇ। ਮਤਲਬ ਉਦੋਂ ਨਾਊਨ ਸਾਡਾ ਸਿੰਗੂਲਰ ਹੋਏਗਾ। ਔਰ ਅਗਰ ਉਹਦੇ ਵਿੱਚ ਐਗਜ਼ੈਕਟ ਨੰਬਰ ਦਿੱਤਾ ਆ ਐਂਡ ਪਲੂਰਲ ਵੈਨ ਦੇ ਰੈਫਰ ਟੂ ਨੰਬਰਸ, ਜਦੋਂ ਨੰਬਰ ਦਿੱਤਾ ਹੋਇਆ ਆ ਕੋਈ ਐਗਜ਼ੈਕਟ ਉਹਦੇ ਵਿੱਚ, ਫਿਰ ਕੀ ਹੋਏਗਾ, ਅਸੀਂ verb भी की लगावांगे, plural लगावांगे। For example, a lot of trees have fallen down in the recent storm। ਹੁਣ a lot of phrase है, ਉਸ ਤੋਂ ਬਾਅਦ trees आया, trees की ਆ, plural ਦੇ ਵਿੱਚ ਗੱਲ ਕੀਤੀ ਗਈ ਹੈ, tree नहीं ਆ, trees है। countable ਆ ਇਹ noun, have ਲੱਗਿਆ ਆ, plural verb ਲਗਾਈ ਹੈ ਕਿਉਂਕਿ trees ਜਿਹੜਾ ਆ ਉਹ ਕੀ ਆ, plural noun ਹੈ। The next is a lot of students are wandering aimlessly। a lot of students भी की है इत्थे plural है, इस करके verb भी की है plural। next is there is plenty of water in the well। plenty of water, ਹੁਣ water ਕੀ ਆ, ਇਹ ਕੀ ਆ, ਅਨਕਾਊਂਟੇਬਲ ਨਾਊਨ ਹੈ, ਇਹਨੂੰ ਤੁਸੀਂ ਕਾਊਂਟ ਨਹੀਂ ਕਰ ਸਕਦੇ, ਇਹਨੂੰ ਮੈਜਰ ਕਰਦੇ ਆ, ਕੁਆਂਟੀਟੀ ਦੇ ਵਿੱਚ ਆਉਂਦਾ ਆ, ਇਸ ਕਰਕੇ ਅਸੀਂ verb ਵੀ ਕੀ ਲਗਾਈ ਆ, ਸਿੰਗੂਲਰ is। Next is there are plenty of job opportunities in IT sector। opportunities ਕੀ ਆ, ਇੱਕ plural ਹੈ, ਠੀਕ ਹੈ। job opportunities ਆ, job ਨਹੀਂ ਦੇਖਣਾ, opportunities ਦੀ ਗੱਲ ਕੀਤੀ ਗਈ ਹੈ, job ਦੀ ਨਹੀਂ, job opportunities, ਇਸ ਕਰਕੇ ਸਾਡੀ verb ਦੀ ਲੱਗੀ ਇੱਥੇ are। so next is when the plural noun is a proper name for some single object or some collective unit it requires a singular verb। ਹੁਣ ਕਹਿੰਦੇ ਕਿ ਅਗਰ ਕੋਈ ਪਲੂਰਲ ਨਾਊਨ ਹੈ, ਪ੍ਰੋਪਰ ਨਾਊਨ ਹੈ, ਪ੍ਰੋਪਰ ਨਾਊਨ ਸਾਨੂੰ ਪਤਾ ਹੈ ਨਾ, ਜਿਹਦਾ ਕੋਈ ਫੇਮਸ ਨਾਮ ਹੋਵੇ, ਜੇ ਆਪਾਂ ਕਹਿ ਸਕਦੇ ਹਾਂ ਕੋਈ ਪਰਟੀਕੂਲਰ ਪਰਸਨ ਦਾ ਜਾਂ ਪਰਟੀਕੂਲਰ ਪਲੇਸ ਥਿੰਗ ਦਾ ਨਾਮ ਹੋਵੇ, ਉਹਨੂੰ ਆਪਾਂ ਪ੍ਰੋਪਰ ਨਾਊਨ ਕਹਿੰਦੇ ਹਾਂ। ਪ੍ਰੋਪਰ ਨੇਮ ਦਾ ਮਤਲਬ ਪ੍ਰੋਪਰ ਨਾਊਨ, ਕਿਉਂਕਿ ਨੇਮ ਜਿਹੜੇ ਆ ਉਹ ਨਾਊਨ ਜਿਹੜਾ ਆ ਉਹ ਨੇਮ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ, ਨੇਮ ਆਫ ਅ ਪਲੇਸ, ਪਰਸਨ, ਥਿੰਗ। ਸੋ ਜਦੋਂ ਕਹਿੰਦੇ ਕਿ ਇੱਕ ਪਲੂਰਲ ਨਾਊਨ ਆ, ਪ੍ਰੋਪਰ ਨਾਊਨ ਆ, ਔਰ ਉਹਦੇ ਵਿੱਚ ਕੀ ਆਬਜੈਕਟ ਕੀ ਹੈ, ਸਿੰਗਲ ਹੈ, ਅਤੇ ਉਹ ਇੱਕ ਯੂਨਿਟ ਨੂੰ ਰਿਪਰੈਜ਼ੈਂਟ ਕਰ ਰਿਹਾ ਆ, ਫਿਰ ਸਾਡਾ ਕੀ ਵਰਬ ਕੀ ਹੋਏਗੀ, ਸਿੰਗੂਲਰ ਹੋਏਗੀ। ਫੋਰ ਐਗਜ਼ਾਮਪਲ ਦ ਕੈਂਟਰਬਰੀ ਟੇਲਸ। ਹੁਣ ਕੈਂਟਰਬਰੀ ਟੇਲਸ ਇੱਕ ਕਲੈਕਟਿਵ ਯੂਨਿਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਟੇਲਸ ਹੈ, ਇਹਦਾ ਮਤਲਬ ਇਹ ਨਹੀਂ ਕਿ ਪਲੂਰਲ ਹੈ, ਇਹ ਕੀ ਹੈ, ਇੱਕ ਕਲੈਕਟਿਵ ਯੂਨਿਟ ਹੈ, ਪ੍ਰੋਪਰ ਨਾਊਨ ਹੈ ਔਰ ਕਲੈਕਟਿਵ ਯੂਨਿਟ ਹੈ। ਅਸੀਂ ਇੱਕ ਯੂਨਿਟ ਦੀ ਗੱਲ ਕਰ ਰਹੇ ਹਾਂ ਐਜ਼ ਅ ਹੋਲ। ਸੋ ਇੱਥੇ ਅਸੀਂ ਵਰਬ ਕੀ ਯੂਜ਼ ਕੀਤੀ ਆ, ਵਾਜ਼। ਅ ਕੈਂਟਰਬਰੀ ਟੇਲਸ ਵਾਜ਼ ਰਿਟਨ ਬਾਏ ਚੌਸਰ। ਸੋ ਨੈਕਸਟ ਇਜ਼ ਦ ਯੂਨਾਈਟਿਡ ਨੇਸ਼ਨਸ ਵਾਜ਼ ਐਸਟੈਬਲਿਸ਼ਡ ਇਨ 1945। ਹੁਣ ਯੂਨਾਈਟਿਡ ਨੇਸ਼ਨਸ ਐਜ਼ ਅ ਹੋਲ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਇੱਕ ਕੰਟਰੀ ਨੂੰ, ਠੀਕ ਹੈ, ਐਜ਼ ਅ ਹੋਲ ਰਿਪਰੈਜ਼ੈਂਟ ਕਰ ਰਹੇ ਹਾਂ, ਇਸ ਕਰਕੇ ਅਸੀਂ ਇੱਥੇ ਸਿੰਗੂਲਰ ਵਰਬ ਦਾ ਯੂਜ਼ ਕੀਤਾ। ਨੈਕਸਟ ਇਜ਼ ਲੈਮਸ ਟੇਲਸ ਇਜ਼ ਐਨ ਇੰਟਰਸਟਿੰਗ ਬੁੱਕ। ਹੁਣ ਲੈਮਸ ਟੇਲਸ ਇੱਕ ਬੁੱਕ ਹੈ, ਇੱਕ ਬੁੱਕ ਦੇ ਵਿੱਚ ਹੀ ਬਹੁਤ ਸਾਰੀਆਂ ਟੇਲਸ ਹੈ, ਉਹਦੇ ਵਿੱਚ ਅਸੀਂ ਇੱਕ ਯੂਨਿਟ ਦਾ ਹੁਣ ਇੱਥੇ ਗੱਲ ਕਰ ਰਹੇ ਹਾਂ, ਮਤਲਬ ਇੱਕ ਬੁੱਕ ਦੀ ਹੀ ਗੱਲ ਕਰ ਰਹੇ ਹਾਂ, ਇਸ ਕਰਕੇ ਸਾਡੀ ਵਰਬ ਵੀ ਕੀ ਹੈ, ਸਿੰਗੂਲਰ। Next rule is when a plural noun denotes some particular amount or quality considered as a whole, the verb is usually singular। ਹੁਣ ਕਹਿੰਦੇ plural ਅਗਰ noun ਹੈ ਔਰ ਕੁਛ particular amount ਜਾਂ quality ਨੂੰ consider ਕਰ ਰਿਹਾ ਹੈ as a whole, as a group ਅਸੀਂ ਕਹਿ ਸਕਦੇ ਹਾਂ, the verb is usually singular। ਤਾਂ ਉਹਦੇ ਵਿੱਚ ਵੀ ਕੀ ਹੋਏਗੀ, ਵਰਬ ਜਿਹੜੀ ਆ ਸਿੰਗੂਲਰ ਹੋਏਗੀ। ਫੋਰ ਐਗਜ਼ਾਮਪਲ 50 ਰੁਪੀਜ਼ ਐਜ਼ ਅ ਹੋਲ ਅਸੀਂ ਗੱਲ ਕਰ ਰਹੇ ਹਾਂ, 50 ਰੁਪੀਜ਼ ਇਜ਼ ਨਾਟ ਅ ਬਿਗ ਅਮਾਊਂਟ। ਹੁਣ ਰੁਪੀਜ਼ ਲੱਗਾ ਆ, ਇਟ ਡਜ਼ਨਟ ਮੀਨ ਕਿ ਇੱਥੇ ਅਸੀਂ ਵਰਬ ਜਿਹੜੀ ਆ ਪਲੂਰਲ ਲਗਾ ਦੇਵਾਂਗੇ, ਨਹੀਂ, ਇਹਨੂੰ ਅਸੀਂ ਐਜ਼ ਅ ਹੋਲ ਰਿਪਰੈਜ਼ੈਂਟ ਕੀਤਾ ਆ, ਕੁਆਲਿਟੀ ਨੂੰ ਜਾਂ ਫਿਰ ਅਮਾਊਂਟ ਨੂੰ, ਫਿਰ ਅਸੀਂ ਜਿਹੜੀ ਵਰਬ ਹੈ ਉਹ ਸਿੰਗੂਲਰ ਯੂਜ਼ ਕੀਤੀ ਆ, ਇਜ਼। ਨੈਕਸਟ ਐਗਜ਼ਾਮਪਲ ਇਜ਼ 200 miles is a long
distance 200 miles। ਹੁਣ ਅਸੀਂ 200 miles ਮੀਲ ਦੀ ਗੱਲ ਕੀਤੀ ਹੈ ਐਜ਼ ਅ ਹੋਲ, ਇਸ ਕਰਕੇ ਜਿਹੜੀ ਸਾਡੀ verb ਹੈ ਉਹ ਵੀ ਕੀ ਹੋਏਗੀ, ਸਿੰਗੂਲਰ ਹੋਏਗੀ। ਨੈਕਸਟ, none as subject of a sentence, the verb in such case can be singular or plural according to the sense। ਹੁਣ ਜਦੋਂ none ਲੱਗਾ ਹੋਵੇ ਐਜ਼ ਅ ਸਬਜੈਕਟ ਕਿਸੇ ਸੈਂਟੈਂਸ ਦੇ ਵਿੱਚ, ਫਿਰ ਕੀ ਹੋਏਗਾ, the verb in such case can be singular or plural। ਉੱਥੇ ਕੀ ਆ, verb singular ਵੀ ਹੋ ਸਕਦੀ ਆ, plural ਵੀ ਹੋ ਸਕਦੀ ਆ according to the sense of the sentence। ਜਿੱਦਾਂ ਦੀ sentence ਦੀ sense ਹੋਏਗੀ ਉਸੇ ਤਰ੍ਹਾਂ ਦਾ ਹੀ ਫਿਰ ਅਸੀਂ verb ਦਾ यूज़ ਕਰਾਂਗੇ। ਹੁਣ ਜਦੋਂ none as a subject ਆਏਗਾ ਨਾ, ਉਦੋਂ ਹੀ ਅਸੀਂ ਜਿਹੜੀ verb ਹੈ ਚੇਂਜ ਕਰਨੀ ਆ according to the sense of the sentence। for example, none of them have arrived yet। none of them, ਇੱਥੇ them ਜਿਹੜਾ ਆ ਉੱਥੋਂ ਹੀ ਸਮਝ ਜਾਣਾ ਚਾਹੀਦਾ ਹੈ ਕਿ ਇੱਥੇ ਪਲੂਰਲ ਦੀ ਗੱਲ ਹੋਈ ਆ, ਕਿਉਂਕਿ them ਅਸੀਂ ਪਲੂਰਲ ਵਾਸਤੇ ਯੂਜ਼ ਕਰਦੇ ਹਾਂ, ਪ੍ਰੋਨਾਊਨ ਹੈ them, ਪਲੂਰਲ ਵਾਸਤੇ ਯੂਜ਼ ਕਰਦੇ ਹਾਂ, ਇਸ ਕਰਕੇ ਸਾਡੀ verb ਵੀ ਕੀ ਹੋ ਗਈ ਇੱਥੇ have, ਔਰ none ਇੱਥੇ ਸਬਜੈਕਟ ਹੈ ਸਾਡਾ। ਸੋ ਨੈਕਸਟ is there any letter for me, ਕੁਐਸਚਨ ਦੇ ਵਿੱਚ ਯੂਜ਼ ਕੀਤਾ ਇਹਨੂੰ। is there any letter for me, ਲੈਟਰ ਦੀ ਗੱਲ ਕੀਤੀ ਗਈ ਹੈ, ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਸਿੰਗੂਲਰ ਹੈ। there is none for you, ਹੁਣ none ਇੱਥੇ ਕੀ ਆ, ਸਬਜੈਕਟ ਆ ਇਸ ਸੈਂਟੈਂਸ ਦੇ ਵਿੱਚ, there is none for you ਇੱਥੇ ਇਹ ਕੀ ਆ, ਸਿੰਗੂਲਰ ਆ, ਐਜ਼ ਅ ਸਿੰਗੂਲਰ ਯੂਜ਼ ਕੀਤਾ ਆ। ਸੋ ਇੱਕ ਚੀਜ਼ ਇੱਥੇ ਤੁਸੀਂ ਨੋਟ ਕਰਨੀ ਆ, in Daniels for persons no one is used as singular, none as plural। ਹੁਣ ਜਦੋਂ ਆਪਾਂ Daniels ਯੂਜ਼ ਕਰਦੇ ਹਾਂ ਫਿਰ ਆਪਾਂ ਪਰਸਨਸ ਦੇ ਵਿੱਚ, ਨੈਕਸਟ ਇਜ਼ nouns like advice, furniture, information, instrument, equipment, stationery, luggage, weather, etc. are singular and take singular verb। ਹੁਣ ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਗੱਲ ਕਰਦੇ ਹਾਂ, ਇਹਨਾਂ ਨਾਊਨਸ ਦੀ ਗੱਲ ਕਰਦੇ ਹਾਂ, ਫਿਰ ਇਹ ਕੀ ਆ, ਐਜ਼ ਅ ਸਿੰਗੂਲਰ ਹੀ ਇਹ ਵਰਕ ਕਰਦੇ ਆ। ਫੋਰ ਐਗਜ਼ਾਮਪਲ, ਮਾਈ ਫਰਨੀਚਰ ਇਜ਼ ਨਿਊ। ਹੁਣ ਅਸੀਂ ਫਰਨੀਚਰ ਆ ਜਿਹੜਾ ਉਹਨੂੰ ਐਜ਼ ਅ ਹੋਲ ਰਿਪਰਜੈਂਟ ਕਰਦੇ ਹਾਂ। ਐਜ਼ ਅ ਹੋਲ ਜਦੋਂ ਚੀਜ਼ ਆਪਾਂ ਰਿਪਰਜੈਂਟ ਕਰਨੀ ਹੈ ਨਾ, ਆਪਾਂ ਪਿੱਛੇ ਵੀ ਐਗਜ਼ਾਮਪਲਸ ਕੀਤੀਆਂ, ਉਦੋਂ ਵਰਬ ਜਿਹੜੀ ਆ ਸਿੰਗੂਲਰ ਹੀ ਆਏਗੀ। ਨੈਕਸਟ ਐਗਜ਼ਾਮਪਲ ਇਜ਼ ਵੈਦਰ ਇਜ਼ ਪਲੇਜ਼ੈਂਟ। ਹੁਣ ਵੈਦਰ ਨੂੰ ਵੀ ਐਜ਼ ਅ ਹੋਲ ਅਸੀਂ ਰਿਪਰਜੈਂਟ ਕਰ ਰਹੇ ਹਾਂ। ਯੂਅਰ ਲਗੇਜ ਇਜ਼ ਹੈਵੀ, ਲਗੇਜ ਜਿਹੜਾ ਆ ਉਹਨੂੰ ਵੀ ਐਜ਼ ਅ ਹੋਲ ਰਿਪਰਜੈਂਟ ਕਰਦੇ ਹਾਂ, ਇਸ ਕਰਕੇ ਵਰਬ ਵੀ ਕੀ ਹੋਏਗੀ, ਸਿੰਗੂਲਰ। ਸੋ ਸਟੂਡੈਂਟਸ, ਇਹ ਥੋੜ੍ਹੇ ਐਗਜ਼ਾਮਪਲ ਸੀ, ਥੋੜ੍ਹੇ ਰੂਲਸ ਸੀਗੇ ਜਿਹੜੇ ਅਸੀਂ ਸਬਜੈਕਟ ਵਰਬ ਕਨਕੋਡ ਦੇ ਵਿੱਚ ਯੂਜ਼ ਕੀਤੇ। ਹੋਰ ਵੀ ਬਹੁਤ ਸਾਰੇ ਹੁੰਦੇ ਨੇ ਰੂਲਸ, ਉਹ ਤੁਸੀਂ ਆਪਣੀਆਂ ਹਾਈਅਰ ਕਲਾਸਿਸ ਦੇ ਵਿੱਚ ਰੀਡ ਕਰੋਗੇ। ਇੰਨੇ ਜਿਹੜੇ ਰੂਲਸ ਆ ਇਹਨਾਂ ਨੂੰ ਹੀ ਆਪਣੇ ਮਾਈਂਡ ਦੇ ਵਿੱਚ ਰੱਖੋ, ਫਿਰ ਤੁਹਾਡੀਆਂ ਜਿਹੜੀਆਂ ਗ੍ਰਾਮੈਟੀਕਲ ਐਰਰਸ ਨਹੀਂ ਹੋਣਗੇ ਕੋਈ ਵੀ ਸੈਂਟੈਂਸ ਲਿਖਣ ਦੇ ਟਾਈਮ। Okay students, next week we will discuss another topic of our grammar or composition part. Till then, keep learning, take care, have a nice day, thank you.